ਆਪਣੇ ਪਿਰ ਕੈ ਰੰਗ ਰਤੀ ਮੂਈਏ, ਸ਼ੋਭਾਵੰਤੀ ਨਾਰੇ। ਸੱਚਾ ਸ਼ਬਦ ਮਿਲ ਰਹੀ ਮੂਈਏ, ਪਿਰ ਰਾਵੇ ਭਾਏ ਪਿਆਰੇ। ਸੱਚਾ ਭਾਏ ਪਿਆਰੀ ਕੰਤ ਸਵਾਰੀ, ਹਰ ਹਰ ਸਿਉ ਨਿਹੁ ਰਚਾਇਆ। ਆਪ ਗਵਾਇਆ ਤਾਂ ਪਿਰ ਪਾਇਆ, ਗੁਰ ਕੈ ਸ਼ਬਦ ਸਮਾਇਆ। ਸਾ ਧਨ ਸ਼ਬਦ ਸਹਾਈ, ਪ੍ਰੇਮ ਕਸਾਈ। ਅੰਤਰ ਪ੍ਰੀਤ ਪਿਆਰੀ, ਨਾਨਕ ਸਾ ਧਨ ਮੇਲ ਲਈ। ਪਿਰ ਆਪੇ ਸਾਚੈ ਸਾਇ ਸਵਾਰੀ, ਨਾਨਕ ਸਾ ਧਨ ਮੇਲ ਲਈ। ਪਿਰ ਆਪੇ ਸਾਚੈ ਸਾਈ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸਮਾਂ ਮਿਲਿਆ ਹੈ। ਨਿਤਨੇਮ ਦੀਆਂ ਬਾਣੀਆਂ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਉਪਰੰਤ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਅੰਮ੍ਰਿਤਮਈ ਵਿਚਾਰ ਸਰਵਣ ਕਰਨ ਲਈ ਸਤਿਗੁਰੂ ਜੀ ਦੇ ਚਰਨਾਂ 'ਚ ਬੈਠੇ ਹਾਂ। ਇਹ ਪਾਵਨ ਸ਼ਬਦ ਵਡਹੰਸ ਰਾਗ ਦੇ ਵਿੱਚ ਹੈ। ਮਹੱਲਾ ਤੀਜਾ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ। ਸ਼ੰਤ ਏਕ ਓਂਕਾਰ ਸਤਿਗੁਰ ਪ੍ਰਸਾਦਿ। ਰੱਬ ਇੱਕ ਹੈ, ਉਹ ਪ੍ਰਕਾਸ਼ਕ ਹੈ, ਇੱਕ ਰਸ ਹੈ ਅਤੇ ਸਤ ਸਰੂਪ ਹੈ। ਗੁਰੂ ਦੀ ਕਿਰਪਾ ਦੇ ਨਾਲ ਉਸ ਦੀ ਪ੍ਰਾਪਤੀ ਹੈ। ਆਪਣਾ ਪਿਰ ਕੈ ਰੰਗ ਰਤੀ ਮੂਈਏ, ਸ਼ੋਭਾਵੰਤੀ ਨਾਰੇ। ਸੋ ਹੇ ਜੀਵਨ ਭਾਵ ਤੋਂ ਮਰ ਚੁੱਕੀ ਜੀਵ ਰੂਪ ਇਸਤਰੀ। ਸੋ ਭਾਵ ਜਿਹੜਾ ਜੀਵਨ ਭਾਵ ਤੋਂ ਮਰ ਚੁੱਕਿਆ ਹੁੰਦਾ ਹੈ ਉਹ ਭਗਤ ਹੈ। ਜਿਸ ਨੇ ਆਪਣੀਆਂ ਲੋੜਾਂ ਨੂੰ ਮਾਰ ਲਿਆ ਉਹ ਭਗਤ ਹੈ। ਸੋ ਆਪਣੇ ਪਿਆਰੇ ਦੇ ਰੰਗ ਵਿੱਚ ਰਤੀ ਹੋਈ ਹੇ ਜੀਵ ਰੂਪ ਇਸਤਰੀਏ, ਤੇਰੀ ਹੁਣ ਸੋਭਾ ਹੈ। ਭਗਤਾਂ ਦੀ ਸੋਭਾ ਹੀ ਹੁੰਦੀ ਹੈ। ਸੋ ਜਿਨ੍ਹਾਂ ਨੇ ਆਪਣੀਆਂ ਲੋੜਾਂ ਨੂੰ ਮਾਰ ਲਿਆ ਉਹਨਾਂ ਦੀ ਸੋਭਾ ਹੈ। ਸੱਚਾ ਸ਼ਬਦ ਮਿਲ ਰਹੀ ਮੂਈਏ, ਪਿਰ ਰਾਵੇ ਭਾਏ ਪਿਆਰੇ। ਸੋ ਜਿਹੜੀ ਜੀਵ ਰੂਪ ਇਸਤਰੀ ਜੀਵਤ ਭਾਵ ਤੋਂ ਮਰ ਗਈ ਹੈ, ਉਹ ਸੱਚੇ ਦੇ ਸ਼ਬਦ ਵਿੱਚ ਮਿਲ ਕੇ ਰਹਿੰਦੀ ਹੈ ਅਤੇ ਅਕਾਲ ਪੁਰਖ ਪਰਮਾਤਮਾ ਦੇ ਪਿਆਰ ਨੂੰ ਪ੍ਰਾਪਤ ਕਰਦੀ ਹੈ ਜੀ। ਸੱਚਾ ਭਾਏ ਪਿਆਰੀ ਕੰਤ ਸਵਾਰੀ, ਹਰ ਹਰ ਸਿਉ ਨਿਹੁ ਰਚਾਇਆ। ਸੋ ਸੱਚੇ ਦੇ ਪਿਆਰ ਵਿੱਚ ਹੈ ਅਤੇ ਪਰਮਾਤਮਾ ਪਰਮੇਸ਼ਰ ਉਹਨੂੰ ਸਵਾਰਦਾ ਹੈ ਅਤੇ ਉਸ ਦਾ ਵੀ ਜਿਹੜਾ ਨੇਹੋ ਹੈ ਉਹ ਪਰਮਾਤਮਾ ਦੇ ਨਾਮ ਦੇ ਨਾਲ ਰਹਿੰਦਾ ਹੈ। ਆਪ ਗਵਾਇਆ ਤਾਂ ਪਿਰ ਪਾਇਆ, ਗੁਰ ਕੈ ਸ਼ਬਦ ਸਮਾਇਆ। ਜਿਨ੍ਹਾਂ ਨੇ ਆਪਾ ਭਾਵ ਗਵਾਇਆ ਉਹਨਾਂ ਨੇ ਫਿਰ ਪਰਮਾਤਮਾ ਨੂੰ ਪਾਇਆ। ਉਹਨਾਂ ਦੀ ਫਿਰ ਗੁਰੂ ਦੇ ਸ਼ਬਦ ਵਿੱਚ ਸਮਾਈ ਹੋਈ ਹੈ। ਸਾ ਧਨ ਸ਼ਬਦ ਸਹਾਈ, ਪ੍ਰੇਮ ਕਸਾਈ। ਅੰਤਰ ਪ੍ਰੀਤ ਪਿਆਰੀ। ਸ਼ਬਦ ਦੁਆਰਾ ਉਹ ਜੀਵ ਰੂਪ ਇਸਤਰੀ ਸੋਭਨੀਕ ਹੋ ਗਈ ਜਿਸ ਦੇ ਅੰਦਰੋਂ ਪ੍ਰੇਮ ਦੀ ਖਿੱਚ ਪੈਦਾ ਹੋ ਗਈ। ਉਸ ਦੇ ਅੰਦਰ ਆਪਣੇ ਪਰਮਾਤਮਾ ਦੇ ਵਾਸਤੇ ਪਿਆਰ ਪੈਦਾ ਹੋ ਗਿਆ। ਨਾਨਕ ਸਾ ਧਨ ਮੇਲ ਲਈ, ਪਿਰ ਆਪੇ ਸਾਚੈ ਸਾ ਸਵਾਰੀ। ਉਸ ਜੀਵ ਰੂਪ ਇਸਤਰੀ ਨੂੰ ਪਤੀ ਪਰਮਾਤਮਾ ਪਰਮੇਸ਼ਰ ਨੇ ਮਿਲਿਆ ਅਤੇ ਉਹ ਫਿਰ ਸੱਚੇ ਸ਼ਾਹ ਦੀ ਪਰਮਾਤਮਾ ਦੀ ਸਵਾਰੀ ਹੋਈ ਹੋ ਗਈ। ਨਿਰਗੁਣਵੰਤੜੀਏ ਪਿਰ ਦੇਖ ਅਧੂਰੀ ਰਾਹ। ਜਿਹੜੇ ਤਿੰਨਾਂ ਗੁਣਾਂ ਤੋਂ ਉੱਪਰ ਹੋ ਜਾਂਦੇ ਨੇ, ਨਿਰਗੁਣ, ਤਿੰਨਾਂ ਗੁਣਾਂ 'ਚ ਪ੍ਰਭਾਵ 'ਚ ਨਹੀਂ ਹੈ,
ਉਹੀ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਵੇਖਦੇ ਨੇ। ਗੁਰਮੁਖ ਜਿਨੀ ਰਾਵਿਆ ਮੁਈਏ, ਪਿਰ ਰਵ ਰਹਿਆ ਭਰਪੂਰੇ ਰਾਮ। ਜਿਹੜੀਆਂ ਜੀਵਤ ਭਾਵ ਤੋਂ ਮਰ ਗਈਆਂ ਉਹ ਗੁਰਮੁਖ ਜਨ, ਉਹਨਾਂ ਨੇ ਸ਼ਬਦ ਦੇ ਆਨੰਦ ਨੂੰ ਮਾਣਿਆ। ਸੋ ਉਹਨਾਂ ਨੂੰ ਫਿਰ ਪ੍ਰਮਾਤਮਾ ਪਰਮੇਸ਼ਰ ਜਿਹੜਾ ਆ ਰਵ ਰਹਿਆ ਭਰਪੂਰੇ ਭਾਵ ਸਾਰੇ ਪਾਸੇ ਪਰਿਪੂਰਨ ਨਜ਼ਰ ਆਇਆ। ਪਿਰ ਰਵ ਰਹਿਆ ਭਰਪੂਰੇ, ਵੇਖ ਹਜੂਰੇ, ਜੁਗ ਜੁਗ ਏਕੋ ਜਾਤਾ। ਸੋ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਹਰ ਇੱਕ ਦੇ ਵਿੱਚ ਭਰਪੂਰ ਰਵਿਆ ਹੋਇਆ ਵੇਖਿਆ, ਫਿਰ ਉਹ ਕਹਿੰਦੇ ਵੀ ਜੁਗਾਂ ਜੁਗੰਤਰਾਂ ਤੋਂ ਰੱਬ ਤਾਂ ਇੱਕੋ ਹੀ ਹੈ। ਪ੍ਰਮਾਤਮਾ ਪਰਮੇਸ਼ਰ ਥੋੜ੍ਹੀ ਯੁੱਗ ਬਦਲਿਆ ਤਾਂ ਰੱਬ ਵੀ ਬਦਲਿਆ ਨਹੀਂ, ਰੱਬ ਇੱਕੋ ਹੀ ਹੈ। ਧਨ ਬਾਲੀ ਭੋਲੀ ਪਿਰ ਸਹਿਜ ਰਾਵੈ, ਮਿਲਿਆ ਕਰਮ ਵਿਧਾਤਾ। ਜਿਹੜੀ ਜੀਵ ਰੂਪ ਇਸਤਰੀ ਭੋਲੇ ਭਾਅ ਦੇ ਵਿੱਚ ਹੁੰਦੀ ਹੈ, ਉਹ ਫਿਰ ਅੰਦਰੋਂ ਆਤਮਿਕ ਅਡੋਲਤਾਈ ਵਾਲੀ ਅਵਸਥਾ ਨੂੰ ਪ੍ਰਾਪਤ ਹੁੰਦੀ ਹੈ। ਸੋ ਜਿਨ੍ਹਾਂ ਨੂੰ ਅੰਦਰੋਂ ਆਤਮਿਕ ਅਡੋਲਤਾ ਦੀ ਅਵਸਥਾ ਪ੍ਰਾਪਤ ਹੋਵੇ, ਉਹਨਾਂ ਨੂੰ ਕਰਮ ਵਿਧਾਤਾ ਮਿਲਦਾ। ਪਰਮਾਤਮਾ ਦਾ ਮੇਲ ਉਹਨਾਂ ਨਾਲ ਹੁੰਦਾ। ਕਹਿੰਦੇ ਜਿਨ ਹਰ ਰਸ ਚਾਖਿਆ, ਸ਼ਬਦ ਸੁਭਾਖਿਆ, ਹਰ ਸਰ ਰਹੀ ਭਰਪੂਰੇ। ਸੋ ਜਿਨ੍ਹਾਂ ਨੇ ਨਾਮ ਦੇ ਰਸ ਨੂੰ ਚਖਿਆ ਅਤੇ ਉਹਨਾਂ ਦਾ ਸ਼ਬਦ ਸੁਭਾਖਿਆ, ਬੋਲੀ ਉਹਨਾਂ ਦੀ ਮਿੱਠੀ ਹੋ ਗਈ, ਹਰ ਸਰ ਰਹੀ ਭਰਪੂਰੇ। ਉਹਨਾਂ ਨੂੰ ਨਾਮ ਦਾ ਸਰੋਵਰ ਸਾਰੇ ਪਾਸੇ ਭਰਪੂਰ ਦਿਸਿਆ, ਵੀ ਸਾਰੇ ਪਾਸੇ ਨਾਮ ਦਾ ਸਰੋਵਰ ਭਰਪੂਰ ਹੈ। ਨਾਨਕ ਕਾਮਣ ਸਾ ਪਿਰ ਭਾਵੈ, ਸ਼ਬਦੇ ਰਹਿ ਹਦੂਰੇ। ਉਹ ਜੀਵ ਰੂਪ ਇਸਤਰੀ ਪਰਮਾਤਮਾ ਨੂੰ ਭਾਉਂਦੀ ਹੈ, ਜਿਹੜੀ ਕਿ ਹਰ ਵਕਤ ਸ਼ਬਦ ਦੀ ਹਾਜ਼ਰੀ ਦੇ ਵਿੱਚ ਹੈ। ਭਾਵ ਸ਼ਬਦ ਦੀ ਵਿਚਾਰ ਕਰਨੀ, ਬਾਣੀ ਨੂੰ ਪੜ੍ਹਨਾ, ਸੁਣਨਾ ਅਤੇ ਬਾਣੀ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੁੜੇ ਰਹਿਣਾ। ਸੁਹਾਗਣੀ ਜਾਏ ਪੁੱਛੋਂ ਮੁਈਏ, ਜਿਨ ਵਿੱਚੋਂ ਆਪ ਗਵਾਇਆ। ਸੋ ਉਹ ਸੁਹਾਗਣੀਆਂ ਸੁਭਾਵ ਭਗਤ ਜਨ, ਉਹਨਾਂ ਨੂੰ ਪੁੱਛੋ ਬਈ ਜਿਨ੍ਹਾਂ ਨੇ ਆਪਣੇ ਆਪ 'ਚੋਂ ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲਿਆ। ਕਿਉਂਕਿ ਸਭ ਤੋਂ ਵੱਡਾ ਰੋਗ ਤਾਂ ਹਉਮੈ ਦਾ, ਵੀ ਹਉਮੈ ਨੂੰ ਤੁਸੀਂ ਕਿਵੇਂ ਖਤਮ ਕੀਤਾ। ਹਉਮੈ ਖਤਮ ਹੁੰਦੀ ਤਾਂ ਨਾਮ ਦਾ ਵਾਸਾ ਹੁੰਦਾ ਹੈ। ਜਿੰਨਾ ਚਿਰ ਹਉਮੈ ਉਹਨਾਂ ਚਿਰ ਨਾਮ ਨਹੀਂ। ਇਸ ਕਰਕੇ ਹਉਮੈ ਨੂੰ ਖਤਮ ਕਰਨ ਬਾਰੇ ਪੁੱਛਣਾ ਚਾਹੀਦਾ ਪਹਿਲਾਂ, ਜਿਨ੍ਹਾਂ ਨੇ ਖਤਮ ਕੀਤਾ ਹੋਇਆ ਹਉਮੈ ਨੂੰ। ਫਿਰ ਕਾ ਹੁਕਮ ਨਾ ਪਾਇਓ ਮੁਈਏ, ਜਿਨ ਵਿੱਚੋਂ ਆਪ ਨਾ ਗਵਾਇਆ। ਜਿਨ੍ਹਾਂ ਨੇ ਆਪਣੇ ਅੰਦਰੋਂ ਹਉਮੈ ਨੂੰ ਨਹੀਂ ਗਵਾਇਆ ਅਤੇ ਉਹਨਾਂ ਨੂੰ ਪਰਮਾਤਮਾ ਪਰਮੇਸ਼ਰ ਦੇ ਹੁਕਮ ਦੀ ਸੋਝੀ ਨਹੀਂ ਪੈਂਦੀ ਹੈ ਵੀ ਉਹਦਾ ਹੁਕਮ ਕੀ ਹੈ। ਜਿਨੀ ਆਪ ਗਵਾਇਆ ਤਿਨੀ ਪਿਰ ਪਾਇਆ, ਰੰਗ ਸੁਰਲੀਆਂ ਮਾਣੈ। ਜਿਨ੍ਹਾਂ ਨੇ ਆਪਣੇ ਅੰਦਰੋਂ ਆਪ ਗਵਾਇਆ, ਹਉਮੈ ਗਵਾਈ ਹੈ, ਉਹਨਾਂ ਨੇ ਪ੍ਰਮਾਤਮਾ ਨੂੰ ਪਾਇਆ। ਬੜੇ ਪਿਆਰ ਦੇ ਨਾਲ ਪ੍ਰਮਾਤਮਾ ਦੇ ਆਨੰਦ ਨੂੰ ਉਹ ਜੀਵ ਰੂਪ ਇਸਤਰੀਆਂ ਮਾਣਦੀਆਂ। ਸਦਾ ਰੰਗ ਰਾਤੀ ਸਹਿਜੇ ਮਾਤੀ, ਅੰਦਿਨ ਨਾਮ ਬਖਾਣੈ। ਉਹ ਫਿਰ ਹਮੇਸ਼ਾ ਹਮੇਸ਼ਾ ਗੁਰਬਾਣੀ ਦੇ ਰੰਗ ਦੇ ਵਿੱਚ ਰੱਤੀ ਹੋਈ ਅਤੇ ਅੰਦਰੋਂ ਅਡੋਲ ਮਸਤ ਅਤੇ ਦਿਨ ਰਾਤ ਨਾਮ ਦਾ ਹੀ ਉਹ ਵਿਖਿਆਨ ਕਰਦੀ ਹੈ। ਕਾਮਣ ਵਡਭਾਗੀ ਅੰਤਰ ਲਿਵ ਲਾਗੀ, ਹਰ ਕਾ ਪ੍ਰੇਮ ਸੁਭਾਇਆ। ਉਹ ਜੀਵ ਰੂਪ ਇਸਤਰੀ ਵੱਡਿਆਂ ਭਾਗਾਂ ਵਾਲੀ ਹੋ ਗਈ, ਜਿਨ੍ਹਾਂ ਦੀ ਲਿਵ ਜਿਹੜੀ ਹੈ ਅੰਦਰੋਂ ਜੁੜੀ ਹੈ ਅਤੇ ਹਰ ਕਾ ਪ੍ਰੇਮ ਸੁਭਾਇਆ। ਇੱਕ ਕੇਵਲ ਨਾਮ ਦਾ ਹੀ ਪਿਆਰ ਉਹਨਾਂ ਨੂੰ ਚੰਗਾ ਲੱਗਦਾ ਹੈ। ਹੋਰ ਦੁਨੀਆ ਵਿੱਚ ਹੋਰ ਕਿਸੇ ਕਿਸਮ ਦਾ ਪਿਆਰ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਨਾਨਕ ਕਾਮਣ ਸਹਿਜੇ ਰਾਤੀ, ਜਿਨ ਸੱਚ ਸ਼ਿੰਗਾਰ ਬਣਾਇਆ। ਉਹ ਜੀਵ ਰੂਪ ਇਸਤਰੀ ਸਹਿਜ ਦੇ ਵਿੱਚ ਰੱਤੀ ਜਾਂਦੀ ਹੈ। ਸੋ ਜਿਸ ਨੇ ਸੱਚ ਨੂੰ ਆਪਣਾ ਸ਼ਿੰਗਾਰ ਬਣਾ ਲਿਆ, ਗੁਰਬਾਣੀ ਨੂੰ ਸ਼ਿੰਗਾਰ ਬਣਾ ਲਿਆ। ਸੱਚ ਕੀ ਹੈ? ਗੁਰਬਾਣੀ। ਨਾਮ ਨੂੰ ਸ਼ਿੰਗਾਰ ਬਣਾ ਲਿਆ, ਸੋ ਨਾਮ ਸੱਚ ਹੈ। ਅਤੇ ਕਹਿੰਦੇ ਉਹ ਫਿਰ ਪਰਮਾਤਮਾ ਦੇ ਵਿੱਚ ਰੱਤੀ ਜਾਂਦੀ ਹੈ। ਹਉਮੈ ਮਾਰ ਮੁਈਏ, ਤੂੰ ਚੱਲ ਗੁਰੂ ਕੈ ਭਾਏ।
ਸੋ ਤੂੰ ਨਾ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈ। ਵੀ ਇਹ ਭਗਤ ਦੁਆਰਾ ਜਗਿਆਸੂ ਨੂੰ ਢੰਗ ਤਰੀਕਾ ਦੱਸਿਆ ਗਿਆ ਕਿ ਕਿਵੇਂ ਪ੍ਰਮਾਤਮਾ ਦਾ ਨਾਮ ਮਿਲਦਾ, ਕਿਵੇਂ ਪ੍ਰਮਾਤਮਾ ਨੂੰ ਪਾਈਦਾ। ਕਹਿੰਦੇ ਸਭ ਤੋਂ ਵੱਡਾ ਜਿਹੜਾ ਰੋਗ ਹਉਮੈ ਦਾ ਹੁੰਦਾ ਹੈ, ਹਉਮੈ ਨੂੰ ਮਾਰ ਲਓ ਅਤੇ ਫਿਰ ਗੁਰੂ ਦੇ ਹੁਕਮ ਵਿੱਚ ਚੱਲਣਾ ਹੁੰਦਾ, ਗੁਰੂ ਦੇ ਭਾਣੇ ਨੂੰ ਮੰਨਣਾ ਹੁੰਦਾ ਹੈ। ਹੁਣ ਜੇ ਅਸੀਂ ਆਪਣੇ ਅੰਦਰ ਹਉਮੈ ਪਾਲੀ ਹੋਈ, ਅਸੀਂ ਗੁਰੂ ਦੇ ਭਾਣੇ ਨੂੰ ਮੰਨ ਹੀ ਨਹੀਂ ਸਕਦੇ। ਸੋ ਗੁਰੂ ਦੇ ਭਾਣੇ ਨੂੰ ਤਾਂ ਉਹ ਮੰਨਦਾ ਹੈ ਜਿਹੜਾ ਆਪਣੇ ਅੰਦਰ ਹਉਮੈ ਨੂੰ ਮਾਰਦਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਆਪਣੇ ਅੰਦਰ ਹਉਮੈ ਮਾਰ ਲੈ, ਫਿਰ ਗੁਰੂ ਦੇ ਭਾਣੇ ਵਿੱਚ ਫੇਰ ਤੂੰ ਚੱਲ ਸਕਦੀ ਹੈ। ਹਰ ਵਰ ਰਾਵੈ ਸਦਾ ਮੁਈਏ, ਨਿਜ ਕਰ ਵਾਸਾ ਪਾਏ। ਸੋ ਜਿਹੜਾ ਜੀਵਤ ਭਾਵ ਤੋਂ ਮਰਦਾ, ਸੋ ਉਹੀ ਪਰਮਾਤਮਾ ਰੂਪ ਵਰ ਦੇ ਆਨੰਦ ਨੂੰ ਮਾਣਦਾ ਅਤੇ ਉਸ ਦਾ ਆਪਣੇ ਨਿਜ ਘਰ ਦੇ ਵਿੱਚ ਵਾਸਾ ਹੁੰਦਾ ਹੈ। ਨਿਜ ਘਰ ਸਰੂਪ ਮਹਿਲ ਨੂੰ ਕਹਿ ਦਿੱਤਾ। ਨਿਜ ਘਰ ਨਿਜ ਘਰ ਵਾਸਾ ਪਾਏ, ਸ਼ਬਦ ਬਜਾਏ ਸਦਾ ਸੁਹਾਗਣ ਨਾਰੀ। ਸ਼ਬਦ ਦੱਦੇ ਨੂੰ ਔਂਕੜ ਹੈ, ਹੁਕਮ। ਸੋ ਇੱਥੇ ਹੁਕਮ ਸ਼ਬਦ ਦਾ ਅਰਥ ਇੱਥੇ ਹੁਕਮ ਆਵੇਗਾ। ਹੁਕਮ ਵਜਾਏ, ਹੁਕਮ ਨੂੰ ਮੰਨਣਾ। ਸੋ ਨਿਜ ਘਰ ਦੇ ਵਿੱਚ ਵਾਸਾ ਤਾਂ ਉਹ ਹੀ ਪਾਉਂਦੇ ਨੇ ਜਿਹੜੇ ਪ੍ਰਮਾਤਮਾ ਦੇ ਹੁਕਮ ਨੂੰ ਮੰਨਦੇ ਨੇ, ਸ਼ਬਦ ਵਜਾਉਂਦੇ ਨੇ। ਸਦਾ ਸੁਹਾਗਣ ਕਹਿੰਦੇ ਹਮੇਸ਼ਾ ਹਮੇਸ਼ਾ ਵਾਸਤੇ ਸੁਹਾਗਣ। ਸੋ ਉਹ ਬੁੱਧੀ ਜਿਹੜੀ ਹੈ, ਜਿਹੜੀ ਬੁੱਧੀ ਪ੍ਰਮਾਤਮਾ ਦੇ ਹੁਕਮ ਨੂੰ ਜਾਣ ਲੈਂਦੀ ਹੈ, ਅਤੇ ਉਹ ਫਿਰ ਮਨ ਦਾ ਜਿਹੜਾ ਹੁਕਮ ਹੁੰਦਾ, ਜੋ ਮਨ ਦਾ ਕਿਹਾ ਹੁੰਦਾ, ਉਹਨੂੰ ਨਹੀਂ ਮੰਨਦੀ ਹੈ। ਮਨ ਦੇ ਕਹੇ ਨੂੰ ਪਾਸੇ ਕਰ ਦਿੰਦੀ ਹੈ। ਸਦਾ ਸੁਹਾਗਣ ਨਾਰੀ, ਹਰ ਵਕਤ ਪ੍ਰਮਾਤਮਾ ਦੇ ਹੁਕਮ ਨੂੰ ਵਜਾਉਣਾ, ਹੁਕਮ ਦੇ ਵਿੱਚ ਰਹਿਣਾ, ਉਹਨੂੰ ਸਦਾ ਸੁਹਾਗਣ ਨਾਰੀ ਕਹਿ ਦਿੱਤਾ। ਪਿਰ ਲਲਿਆਲਾ ਜੋਬਨ ਬਾਲਾ, ਅੰਦਿਨ ਕੰਤ ਸਵਾਰੀ। ਜਿਹੜਾ ਪ੍ਰਮਾਤਮਾ ਹੈਗਾ ਉਹ ਹੈ ਰਲੀ ਆਲਾ। ਰਲੀ ਆਲਾ ਤੋਂ ਭਾਵ ਦਾ ਆਨੰਦ ਦਾ ਘਰ ਹੈ, ਉਹ ਆਨੰਦ ਦਾ ਇੱਕ ਸੋਮਾ ਹੈ। ਜੋਬਨ ਬਾਲਾ ਸਾਧ ਨਵ ਤਨ ਹੈ। ਸੋ ਭਾਵ ਜੋਬਨ ਬਾਲਾ ਅਤੇ ਹਮੇਸ਼ਾ ਜਵਾਨ ਰਹਿਣੇ ਵਾਲਾ। ਉਹ ਤਾਂ ਕਿਹਾ ਗਿਆ ਜਿਵੇਂ ਜਿਹੜੇ ਸਰੀਰਕ ਰੋਗ, ਵਡੇਪੇ ਦੇ ਵਿੱਚ ਰੋਗ ਬੜੇ ਆਣ ਕੇ ਘੇਰ ਲੈਂਦੇ ਨੇ। ਸੋ ਜੋਬਨ ਵਾਲਾ ਇਸ ਕਰਕੇ ਕਹਿ ਦਿੱਤਾ ਵੀ ਉਹ ਰੋਗ ਤੋਂ ਰਹਿਤ ਹੈ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਜੋ ਜੋ ਦੀਸੈ ਸੋ ਸੋ ਰੋਗੀ। ਸਾਰਾ ਸੰਸਾਰ ਰੋਗਾਂ ਦੇ ਵਿੱਚ ਗ੍ਰਸਿਆ ਹੋਇਆ ਹੈ। ਰੋਗ ਤੋਂ ਰਹਿਤ ਕੇਵਲ ਅਤੇ ਕੇਵਲ ਉਹ ਹੈ ਜਿਹੜਾ ਸਤਿਗੁਰ ਹੈ, ਅਤੇ ਜਿਹੜਾ ਸਤਿਗੁਰੂ ਦੇ ਨਾਲ ਜਾਂ ਜਿਹੜਾ ਜੁੜਿਆ ਹੋਇਆ, ਗੁਰਬਾਣੀ ਦੇ ਨਾਲ ਜਿਹੜਾ ਜੁੜ ਗਿਆ, ਉਹ ਰੋਗ ਤੋਂ ਰਹਿਤ ਹੋ ਗਿਆ। ਇਸ ਕਰਕੇ ਜੋਬਨ ਵਾਲਾ ਹੈ ਅਤੇ ਅਨਦਿਨ ਕੰਤ ਸਵਾਰੀ। ਸੋ ਦਿਨ ਰਾਤ ਪ੍ਰਮਾਤਮਾ ਪਰਮੇਸ਼ਰ ਦੇ ਸਵਾਰੇ ਹੋਏ ਹੁੰਦੇ ਨੇ ਉਹ ਸੰਤ ਭਗਤ। ਸੋ ਜਿਹੜੇ ਪ੍ਰਮਾਤਮਾ ਦੇ ਆਨੰਦ ਨੂੰ ਮਾਣਦੇ ਨੇ। ਸੋ ਭਾਵ ਆਪਣੇ ਆਪ ਨੂੰ ਵਿਕਾਰਾਂ ਤੋਂ ਬਚਾ ਕੇ ਜਿਹੜੇ ਰੱਖਦੇ ਨੇ, ਉਹਨਾਂ ਨੂੰ ਫਿਰ ਜੋਬਨ ਵਾਲਾ ਕਹਿ ਦਿੱਤਾ ਹੈ। ਸੁਭਾਵ ਹੁਣ ਵਿਕਾਰ ਨਹੀਂ ਹੈ ਸਰੀਰ ਦੇ ਵਿੱਚ। ਜਿਹਦੇ ਅੰਦਰ ਵਿਕਾਰ ਨਹੀਂ ਹੁੰਦੇ, ਉਹਨਾਂ ਦੇ ਵਾਸਤੇ ਮਹਾਰਾਜ ਕਹਿੰਦੇ ਹੈ ਵੀ ਉਹਨਾਂ ਨੂੰ ਪ੍ਰਮਾਤਮਾ ਪਰਮੇਸ਼ਰ ਸਵਾਰਦਾ। ਅਤੇ ਉਹ ਦਿਨ ਰਾਤ ਸਾਜ ਸਵਰ ਕੇ ਰਹਿੰਦੇ ਨੇ ਸੰਤ ਭਗਤ, ਵੀ ਕੋਈ ਵਿਕਾਰ ਨੇੜੇ ਨਹੀਂ ਉਹਨਾਂ ਦੇ ਆਉਂਦਾ ਹੈ। ਵਿਕਾਰਾਂ ਤੋਂ ਬਚੇ ਰਹਿੰਦੇ ਨੇ। ਕਹਿੰਦੇ ਹਰ ਵਾਰ ਸੁਹਾਗੋ ਮਸਤਕ ਭਾਗੋ, ਸੱਚਾ ਸ਼ਬਦ ਸੁਹਾਏ। ਅਕਾਲ ਪੁਰਖ ਪਰਮਾਤਮਾ ਰੂਪ ਵਰ ਉਹਨੂੰ ਪ੍ਰਾਪਤ ਹੁੰਦਾ ਜਿਸ ਦੇ ਮੱਥੇ ਦੇ ਭਾਗ ਹੁੰਦੇ ਨੇ। ਸੱਚਾ ਸ਼ਬਦ ਸੁਹਾਏ, ਅਤੇ ਜਿਨ੍ਹਾਂ ਦੇ ਮੱਥੇ ਦੇ ਭਾਗ ਹੁੰਦੇ ਨੇ ਉਹ ਉਹਨਾਂ ਦੇ ਸੁਭਾਵਾਂ ਤੋਂ ਪਤਾ ਚੱਲ ਜਾਂਦਾ, ਉਹਨਾਂ ਦੀਆਂ ਆਦਤਾਂ ਤੋਂ ਪਤਾ ਚੱਲ ਜਾਂਦਾ ਹੈ। ਉਹਨਾਂ ਦੀਆਂ ਆਦਤਾਂ ਗੁਰਮੁਖਾਂ ਵਾਲੀਆਂ ਹੁੰਦੀਆਂ। ਬਾਣੀ ਚੰਗੀ ਲੱਗਣੀ, ਸੰਗਤ ਵਿੱਚ ਬਹਿਣਾ ਚੰਗਾ ਲੱਗਣਾ, ਕਥਾ ਕੀਰਤਨ
ਉਹ ਚੰਗਾ ਲੱਗਣਾ, ਸੇਵਾ ਸਿਮਰਨ 'ਚ ਮਨ ਲੱਗਣਾ, ਆਦਤਾਂ ਹੀ ਉਹਨਾਂ ਦੀਆਂ ਇੱਦਾਂ ਦੀਆਂ ਹੋ ਜਾਂਦੀਆਂ। ਇਸ ਕਰਕੇ ਸੱਚਾ ਸ਼ਬਦ ਸੁਹਾਏ, ਉਹਨਾਂ ਨੂੰ ਸੱਚੇ ਦਾ ਸ਼ਬਦ ਸੋਭਨੀਕ ਲੱਗਾ, ਜਿਨ੍ਹਾਂ ਦੇ ਮੱਥੇ ਦੇ ਭਾਗ ਹੁੰਦੇ ਨੇ। ਜਿਹੜਾ ਪਰਮਾਤਮਾ ਰੂਪ ਵਾਰਿਆ, ਐਸਾ ਪਤੀ ਹੈ, ਨਾ ਉਹ ਮਰਦਾ ਹੈ ਨਾ ਜੰਮਦਾ ਹੈ, ਨਾ ਆਉਂਦਾ ਨਾ ਜਾਂਦਾ। ਸੋ ਇਸ ਕਰਕੇ ਉਹਨਾਂ ਨੂੰ ਸਦਾ ਸੁਹਾਗਣ ਕਹਿ ਦਿੱਤਾ, ਜਿਨ੍ਹਾਂ ਨੂੰ ਪਰਮਾਤਮਾ ਮਿਲਿਆ। ਸੁਹਾਗਣ ਤੋਂ ਭਾਵ ਹੁੰਦਾ ਹੈ ਖੁਸ਼ਹਾਲੀ। ਸੁਹਾਗਣ ਤੋਂ ਭਾਵ ਹੁੰਦਾ ਵੀ ਉਹ ਬਹੁਤ ਵੱਡੇ ਸਹਾਰੇ ਵਾਲੀ ਹੈ, ਉਹਨੂੰ ਹੁਣ ਹੋਰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੈ। ਭਗਤਾਂ ਦੇ ਕੋਲ ਸਭ ਤੋਂ ਵੱਡਾ ਸਹਾਰਾ ਅਕਾਲ ਪੁਰਖ ਪਰਮਾਤਮਾ ਦਾ ਹੁੰਦਾ ਹੈ। ਦੁਨੀਆ ਦੇ ਕਿਸੇ ਵੀ ਸਹਾਰੇ ਦੀ ਉਹਨਾਂ ਨੂੰ ਲੋੜ ਨਹੀਂ ਪੈਂਦੀ, ਅਤੇ ਸਦਾ ਇਹ ਸਹਾਰਾ ਕਾਇਮ ਰਹਿੰਦਾ। ਇਹ ਨਹੀਂ ਸਹਾਰਾ ਦਿਨੇ ਆ ਤੇ ਰਾਤ ਨਹੀਂ, ਜੇ ਰਾਤ ਆ ਤੇ ਦਿਨੇ ਨਹੀਂ। ਸੋ ਅਨ ਦਿਨ ਦਾ ਜਿੰਨਾ ਚਿਰ ਉਮਰ ਹੈ, ਇਹ ਸਹਾਰਾ ਕਾਇਮ ਹੈ। ਸੋ ਇੱਥੋਂ ਤੀਕਰ ਜਦੋਂ ਇਹ ਪ੍ਰਾਣੀ ਪਰਲੋਕ ਦਾ ਵੀ ਸਫ਼ਰ ਕਰਦਾ ਹੈ, ਰੱਬ ਦਾ ਸਹਾਰਾ ਉਦੋਂ ਵੀ ਨਾਲ ਹੈ। ਲੇਖੇ ਹੁੰਦੇ ਰੱਬ ਦਾ ਸਹਾਰਾ ਉਦੋਂ ਵੀ ਨਾਲ ਹੈ। ਸਦਾ ਸੁਹਾਗਣ ਨਾਰੀ ਤਦੇ ਹਮੇਸ਼ਾ ਹਮੇਸ਼ਾ ਵਾਸਤੇ ਸੁਹਾਗ ਬੰਤੀ। ਤਦੇ ਹੀ ਕਹਿਤਾ ਪਾਤਸ਼ਾਹ ਨੇ, ਕਹਿੰਦੇ ਪਰ ਸਦਾ ਸੁਹਾਗਣ ਨਾਰ ਉਹ ਹੈ ਭਾਈ ਜਿਹਦੇ ਮਸਤਕ ਦੇ ਭਾਗ ਨੇ, ਅਤੇ ਮਸਤਕ ਦੇ ਭਾਗ ਬਣਦੇ ਕਿੱਦਾਂ ਨੇ ਉਹ ਵੀ ਮਹਾਰਾਜ ਨੇ ਦੱਸ ਦਿੱਤਾ। ਮਸਤਕ ਦੇ ਭਾਗ ਬਣਾਏ ਵੀ ਜਾਂਦੇ ਨੇ, ਬਣੇ ਹੋਏ ਭਾਗ ਖਤਮ ਵੀ ਹੋ ਜਾਂਦੇ, ਨਸ਼ਟ ਵੀ ਹੋ ਜਾਂਦੇ ਨੇ, ਖਤਮ ਵੀ ਹੋ ਜਾਂਦੇ, ਟੁੱਟ ਜਾਂਦੇ ਨੇ। ਸੋ ਜੇ ਮਸਤਕ ਦੇ ਭਾਗ ਮਾੜੇ ਹੈ, ਅਤੇ ਆਪਣੇ ਸੁਭਾਅ ਤੋਂ, ਆਪਣੇ ਕੰਮਾਂ ਤੋਂ, ਆਦਤਾਂ ਤੋਂ, ਮਾਹੌਲ ਤੋਂ ਪਤਾ ਲੱਗ ਜਾਂਦਾ ਵੀ ਹੁਣ ਜਿਹੜੇ ਭਾਗ ਆ ਉਹ ਸਹੀ ਨਹੀਂ ਹੈ। ਸੋ ਜੇ ਦਿਨ ਵੀ ਅਤੇ ਰਾਤ ਵੀ ਜੇ ਖਰਾਬ ਹੀ ਨਿਕਲਣ ਲੱਗ ਪੈਣ, ਮਨ ਦੀ ਟੈਨਸ਼ਨ ਬਣੀ ਰਹੇ, ਮਨ ਅਸ਼ਾਂਤ ਰਹੇ, ਅਤੇ ਮਸਤਕ ਦਾ ਭਾਗ ਨਹੀਂ ਹੁਣ ਸਹੀ। ਹੁਣ ਦਿਨ ਸਮਾਂ ਨਹੀਂ ਸਹੀ ਚੱਲਦਾ ਪਿਆ, ਸਮਾਂ ਦੱਸ ਦਿੰਦਾ ਸਮਾਂ ਸਹੀ ਹੈ ਜਾਂ ਸਮਾਂ ਮਾੜਾ ਆ। ਅਤੇ ਇਹ ਜੋ ਵਰਤਾਰਾ ਸਾਡੀ ਜ਼ਿੰਦਗੀ 'ਚ ਵਰਤਦਾ, ਉਹ ਸਾਨੂੰ ਇੱਕ ਪਿਕਚਰ ਦੇਣ ਦਾ, ਹਿੰਟ ਦਿੰਦਾ ਹੈ। ਫਿਰ ਉਸ ਸਮੇਂ ਨੂੰ ਸਹੀ ਕਰਨ ਵਾਸਤੇ, ਜਾਂ ਕਹਿ ਲਓ ਮੱਥੇ ਦੇ ਭਾਗ ਸਹੀ ਕਰਨ ਵਾਸਤੇ, ਜਿੱਦਾਂ ਮਹਾਰਾਜ ਕਹਿੰਦੇ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਬੰਦਾ ਆਪਣਾ ਕੰਮ ਵਿਗਾੜਦਾ ਵੀ ਖੁਦ ਹੈ ਅਤੇ ਸਵਾਰਦਾ ਵੀ ਖੁਦ ਹੈ। ਹੁਣ ਸਵਾਰਨ ਵਾਸਤੇ ਕੀ ਕਰਨਾ ਪੈਣਾ? ਕਹਿੰਦੇ ਸੱਚਾ ਸ਼ਬਦ ਸੁਹਾਏ। ਜਿਹੜੀ ਗੁਰਬਾਣੀ ਹੈ ਨਾ, ਸੋ ਇਹ ਚੰਗੀ ਲੱਗੇ। ਗੁਰਬਾਣੀ ਜਿੰਨਾ ਚਿਰ ਵਿਚਾਰਦੇ ਨਹੀਂ, ਉਨਾ ਚਿਰ ਬਾਣੀ ਨਹੀਂ ਚੰਗੀ ਲੱਗਣੀ। ਜਦੋਂ ਗੁਰਬਾਣੀ ਦੀ ਵਿਚਾਰ ਕਰਾਂਗੇ, ਚੰਗੀ ਇਸ ਕਰਕੇ ਫਿਰ ਲੱਗਣੀ ਹੈ, ਇਹਦੇ ਵਿੱਚੋਂ ਲਾਭ ਹੀ ਲਾਭ ਹੈ, ਹਾਨੀ ਕੋਈ ਨਹੀਂ ਹੈ, ਘਾਟਾ ਕੋਈ ਨਹੀਂ ਹੈ। ਅਤੇ ਫਿਰ ਇੱਥੇ ਵੀ ਲਾਹਾ ਹੈ ਅਤੇ ਪਰਲੋਕ ਦਾ ਵੀ ਲਾਹਾ। ਇਸ ਕਰਕੇ ਫਿਰ ਬਾਣੀ ਫਿਰ ਬੜੀ ਚੰਗੀ ਲੱਗਦੀ। ਜਿਹੜਾ ਕੰਮ ਮਨੁੱਖ ਨਹੀਂ ਕਰ ਸਕਦਾ, ਫਿਰ ਉਹ ਬਾਣੀ ਦੁਆਰਾ ਕਾਰਜ ਹੋ ਜਾਂਦਾ। ਬਾਣੀ ਚੰਗੀ ਲੱਗਦੀ ਹੈ। ਪਤਾ ਲੱਗ ਜਾਂਦਾ ਬਾਣੀ ਦੀ ਵਿਚਾਰ ਕਰਨ ਦੇ ਨਾਲ ਵੀ ਸਰਬ ਕਲਾ ਸਮਰੱਥ ਹੈ, ਕਰਨ ਕਾਰਨ ਸਮਰੱਥ ਹੈ, ਸਰਬੱਗ ਹੈ। ਬਾਣੀ ਐਸੀ ਹੈ ਜਿੱਥੇ ਕੋਈ ਵੀ ਸਹਾਇਤਾ ਨਹੀਂ ਕਰ ਸਕਦਾ, ਉੱਥੇ ਬਾਣੀ ਸਹਾਇਤਾ ਕਰਦੀ। ਤਿੱਥੈ ਤੂੰ ਸਮਰੱਥ ਜਿੱਥੇ ਕੋਈ ਨਾਹੀਂ। ਬਾਣੀ ਦੀ ਸਹਾਇਤਾ ਉੱਥੇ ਵੀ ਹੁੰਦੀ ਹੈ। ਫਿਰ ਆਪ ਹੀ ਬਾਣੀ ਦੇ ਨਾਲ ਇਹਦਾ ਪਿਆਰ ਲੱਗਦਾ। ਕਹਿੰਦੇ ਬਾਣੀ ਨੂੰ ਸਵਾਰ ਦਿੰਦੀ ਹੈ। ਸਵਾਰਦੀ ਇੱਦਾਂ ਵੀ ਮਾੜੀ ਸੋਚ, ਮਾੜੇ ਕੰਮ ਇਹਦੇ ਅੰਦਰੋਂ ਕੱਢ ਦਿੰਦੀ ਹੈ, ਮਾੜੇ ਖਿਆਲਾਤ ਕੱਢ ਦਿੰਦੀ ਹੈ। ਇਹ ਚੰਗੀ ਸੋਚ ਦਾ ਮਾਲਕ ਬਣ ਜਾਂਦਾ ਹੈ, ਚੰਗੀ ਹੀ ਵਿਚਾਰ ਅੰਦਰ ਫੁਰਦੀ ਹੈ। ਨਾਨਕ ਕਾਮਣ ਹਰ ਰੰਗ ਰਾਤੀ, ਜਾਂ ਚੱਲੈ ਸਤਿਗੁਰ ਭਾਏ। ਸੋ ਉਹੀ ਜੀਵ ਰੂਪ ਇਸਤਰੀ ਜਿਹੜੀ ਹੈ, ਪਰਮਾਤਮਾ ਦੇ ਰੰਗ ਦੇ ਵਿੱਚ ਰੱਤੀ ਜਾਂਦੀ ਹੈ। ਨਾਮ ਜਪਣੇ ਵਾਲੇ ਬੜੇ ਨੇ, ਬਾਣੀ ਪੜ੍ਹਨੇ ਵਾਲੇ ਬੜੇ ਨੇ, ਪਰ ਬਾਣੀ 'ਚ ਆਨੰਦ ਦਾ ਆਉਣਾ, ਵਾਹਿਗੁਰੂ ਸਿਮਰਨ ਕਰਨ ਦੇ ਨਾਲ ਆਨੰਦ ਬਣਨਾ, ਉਹ ਬਹੁਤ ਘੱਟ ਹੁੰਦੇ ਨੇ। ਪਰ ਉਹ ਨਾਮ ਦੇ ਵਿੱਚ, ਬਾਣੀ ਵਿੱਚ ਰੱਤੇ ਜਾਂਦੇ ਨੇ ਜਿਹੜੇ ਚੱਲਿਆ ਸਤਿਗੁਰ ਭਾਏ। ਸੋ ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਦੇ ਨੇ। ਜਿਵੇਂ ਗੁਰੂ ਅਮਰਦਾਸ ਜੀ ਕਹਿੰਦੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲਿਆ ਭਾਈ, ਵਿਛੜ ਚੋਟਾਂ ਖਾਵੈ। ਜਿਹੜੇ ਆਪਣੇ ਮਨ ਦੇ ਮਗਰ ਲਾ ਕੇ ਚੱਲਦੇ ਨੇ, ਅਤੇ ਉਹ ਤਾਂ ਜਦੋਂ ਵਿਛੜਿਆ ਬੰਦਾ ਚੋਟਾਂ ਖਾਂਦਾ ਨਾ, ਹਮੇਸ਼ਾ ਹੀ ਚੋਟਾਂ ਹੀ ਖਾਂਦੇ ਨੇ। ਕਿਸੇ ਵੀ ਕੰਮ ਦੇ ਵਿੱਚ ਉਹਨਾਂ ਦੀ ਸਫਲਤਾ ਨਹੀਂ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ, ਕਿਰਪਾ, ਰਹਿਮਤ ਕੀਤੀ ਹੈ।
ਸਤਿਗੁਰੂ ਜੀ ਕਿਰਪਾ ਕਰਨੇ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ, ਮਨਮ ਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ। ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੌਖਿਓ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇਂ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇਂ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਖੜ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮਦਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ। ਸ਼ਬਦ ਤਰੋਂ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਹੂੰ ਆਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆਂ। ਪੰਚ ਦੌਤ ਦਵਸ ਕੀਤੇ, ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ, ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਹਾਂ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਹਾਂ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੀ ਰਾਸ ਬਾਰਕ ਤੇਰੇ, ਸੁਖ ਕਨੇਰੇ। ਤੁਮਰਾ ਅੰਤ ਉਚੇ ਤੇ ਉਚਾ ਭਗਵੰਤ। ਸੂਤਰ ਧਾਰੀ ਆਗਿਆਕਾਰੀ, ਤੁਮ ਹੀ ਜਾਨੀ ਸਦਾ ਕੁਰਬਾਨੀ। ਵਾਹਿਗੁਰੂ। 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 ਵਾਹਿਗੁਰੂ।